ਗੱਲ ਕਰਾਂਗੇ ਸ਼ੁਰੂਆਤ ਦੇ ਵਿੱਚ ਇਸ ਬੁਲੇਟਿਨ ਦੇ ਰੇਡ ਦੀ। ਛਾਪਾ, ਜੀ ਹਾਂ, ਛਾਪੇਮਾਰੀ 1 2 3 ਥਾਵਾਂ ਦੇ ਉੱਤੇ ਨਹੀਂ ਬਲਕਿ 35 ਥਾਵਾਂ ਦੇ ਉੱਤੇ, ਪੰਜਾਬ ਤੋਂ ਲੈ ਕੇ ਦਿੱਲੀ, ਦਿੱਲੀ ਤੋਂ ਲੈ ਕੇ ਪੰਜਾਬ, ਬਹੁਤ ਸਾਰੀਆਂ ਥਾਵਾਂ ਉੱਤੇ ਵੱਡੀ ਖਬਰ ਹੈ। ਇਸ ਦੇ ਨਾਲ ਹੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸ਼ਰਾਬ ਘੁਟਾਲੇ ਨੂੰ ਲੈ ਕੇ ਇਹ ਛਾਪੇਮਾਰੀ ਈਡੀ ਦੇ ਵੱਲੋਂ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਕੀਤੀ ਜਾ ਰਹੀ ਹੈ। ਦੇਸ਼ ਭਰ ਦੇ ਵਿੱਚ ਈਡੀ ਦੀ ਤਾਬੜਤੋੜ ਛਾਪੇਮਾਰੀ ਜਾਰੀ ਹੈ। ਦਿੱਲੀ ਤੋਂ ਲੈ ਕੇ ਪੰਜਾਬ ਤੱਕ ਈਡੀ ਦੀ ਰੇਡ ਹੈ। 35 ਥਾਵਾਂ ਦੇ ਉੱਤੇ ਇਹ ਈਡੀ ਦਾ ਸਰਚ ਆਪਰੇਸ਼ਨ ਹੈ ਜੋ ਜਾਰੀ ਹੈ। ਦਿੱਲੀ ਦੇ ਕਥਿਤ ਸ਼ਰਾਬ ਘੁਟਾਲੇ ਦੇ ਮਾਮਲੇ ਦੇ ਵਿੱਚ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ। ਪੰਜਾਬ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ, ਪੰਜਾਬ ਤੋਂ ਲੈ ਕੇ ਦਿੱਲੀ, ਦਿੱਲੀ ਤੋਂ ਲੈ ਕੇ ਪੰਜਾਬ, ਕਰੀਬ 35 ਥਾਵਾਂ ਦੇ ਉੱਤੇ। ਦੇਸ਼ ਦੇ ਹੋਰ ਹਿੱਸਿਆਂ ਦੇ ਵਿੱਚ ਵੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਪੂਰਾ ਵਿਵਾਦ ਖੜਾ ਹੋਇਆ ਸੀ। ਉਸ ਨੂੰ ਕਥਿਤ ਸ਼ਰਾਬ ਘੁਟਾਲਾ ਕਿਹਾ ਜਾ ਰਿਹਾ ਤੇ ਉਸ ਦੀ ਜਾਂਚ ਈਡੀ ਦੇ ਵੱਲੋਂ ਕੀਤੀ ਜਾ ਰਹੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਤੇ ਦੂਜੇ ਪਾਸੇ ਸੀਬੀਆਈ ਇਸ ਪੂਰੇ ਮਾਮਲੇ ਜਾਂਚ ਕਰ ਰਹੀ ਹੈ। ਜਿਹੜੀ ਛਾਪੇਮਾਰੀ ਚੱਲ ਰਹੀ ਹੈ, ਤੜਕੇਸਾਰ ਛਾਪੇਮਾਰੀ ਦੀ ਸ਼ੁਰੂਆਤ ਹੋ ਗਈ ਔਰ ਕਰੀਬ 35 ਥਾਵਾਂ ਦੇ ਉੱਤੇ ਕਥਿਤ ਸ਼ਰਾਬ ਘੁਟਾਲੇ ਦੇ ਮਾਮਲੇ ਦੇ ਵਿੱਚ ਇਹ ਛਾਪੇਮਾਰੀ ਹੋਈ ਹੈ। ਦਿੱਲੀ ਦੇ ਵਿੱਚ ਔਰ ਪੰਜਾਬ ਦੇ ਵਿੱਚ ਤਾਬੜਤੋੜ ਛਾਪੇਮਾਰੀਆਂ ਨੇ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਵੱਡੀ ਜਾਂਚ ਏਜੰਸੀ ਦੇ ਵੱਲੋਂ। ਤਾਂ ਈਡੀ ਦੇ ਵੱਲੋਂ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ ਔਰ ਤੁਹਾਨੂੰ ਦੱਸ ਦਈਏ ਕਿ ਸ਼ਰਾਬ ਘੁਟਾਲੇ ਦੇ ਵਿੱਚ ਇਹ ਛਾਪੇਮਾਰੀ ਹੋ ਰਹੀ ਹੈ। ਤੇ ਸਭ ਦੇ ਵਿਚਾਲੇ ਸਿਆਸਤ ਵੀ ਭਾਰੀ ਹੈ ਕਿਉਂਕਿ ਦੂਜੇ ਇੱਕ ਪਾਸੇ ਤਾਂ ਹੋ ਰਹੀ ਹੈ ਛਾਪੇਮਾਰੀ, ਦੂਜੇ ਪਾਸੇ ਹੋ ਰਹੀ ਹੈ ਸਿਆਸਤ। ਜੀ ਹਾਂ, ਛਾਪੇਮਾਰੀ ਦੇ ਵਿਚਾਲੇ ਅਰਵਿੰਦ ਕੇਜਰੀਵਾਲ, ਦਿੱਲੀ ਦੇ ਮੁੱਖ ਮੰਤਰੀ ਨੇ, ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਨੇ, ਉਹਨਾਂ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਤੇ ਟਵੀਟ ਦੇ ਵਿੱਚ ਉਹਨਾਂ ਨੇ ਈਡੀ ਦੀ ਰੇਡ ਦੇ ਉੱਤੇ ਸਵਾਲ ਚੁੱਕੇ ਨੇ ਅਤੇ ਉਹਨਾਂ ਨੇ ਕਿਹਾ ਕਿ 500 ਤੋਂ ਜ਼ਿਆਦਾ ਥਾਵਾਂ ਦੇ ਉੱਤੇ ਰੇਡ, 3 ਮਹੀਨਿਆਂ ਤੋਂ ਸੀਬੀਆਈ ਅਤੇ ਈਡੀ ਦੇ 300 ਤੋਂ ਵੱਧ ਅਫਸਰ 24 ਘੰਟੇ ਲੱਗੇ ਹੋਏ ਨੇ। ਮਨੀਸ਼ ਸਿਸੋਦੀਆ ਦੇ ਖਿਲਾਫ ਕੁਝ ਵੀ ਨਹੀਂ ਮਿਲ ਰਿਹਾ ਕਿਉਂਕਿ ਕੁਝ ਕੀਤਾ ਹੀ ਨਹੀਂ। ਜੀ ਹਾਂ, ਇਹ ਅਰਵਿੰਦ ਕੇਜਰੀਵਾਲ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿਉਂਕਿ ਦਿੱਲੀ ਦੇ ਵਿੱਚ ਸਰਕਾਰ ਕਿਸਦੀ, ਆਮ ਆਦਮੀ ਪਾਰਟੀ ਦੀ। ਮੁੱਖ ਮੰਤਰੀ ਕੌਣ ਨੇ? ਅਰਵਿੰਦ ਕੇਜਰੀਵਾਲ। ਤੇ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਸੀਬੀਆਈ ਅਤੇ ਈਡੀ ਦੇ ਵੱਲੋਂ ਟਾਰਗੇਟ ਕੀਤਾ ਜਾ ਰਿਹਾ ਮਨੀਸ਼ ਸਿਸੋਦੀਆ ਨੂੰ ਔਰ ਕਰੀਬ 500 ਥਾਵਾਂ ਦੇ ਉੱਤੇ ਛਾਪੇਮਾਰੀ ਕੀਤੀ ਜਾ ਚੁੱਕੀ ਹੈ ਔਰ ਮਿਲ ਕੁਝ ਨਹੀਂ ਰਿਹਾ। ਸਿਆਸਤ ਦੇ ਲਈ ਕਈ ਅਫਸਰਾਂ ਦਾ ਸਮਾਂ ਬਰਬਾਦ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਨਾਲ ਦੇਸ਼ ਕਿਵੇਂ ਤਰੱਕੀ ਕਰੇਗਾ? ਤਾਂ ਇਹ ਇਸ ਸਮੇਂ ਜਾਣਕਾਰੀ ਹੈ ਜਿਸ ਤਰੀਕੇ ਨਾਲ ਸਿਆਸਤ ਵੀ ਹੋ ਰਹੀ है। ਸਿੱਧਾ ਚੱਲਦੇ हैं दिल्ली। ਸਾਡੇ सहयोगी शंकर आनंद ਸਾਡੇ ਨਾਲ जुड़ रहे हैं। शंकर, क्या कुछ आपके पास जानकारी? कहां पर रेड और कितने बजे से रेड जारी है? केंद्रीय जांच एजेंसी प्रवर्तन निदेशालय यानी कि ईडी की टीम के द्वारा आज 35 से ज्यादा लोकेशन पर सर्च ऑपरेशन को अंजाम दिया जा रहा है और ये सर्च ऑपरेशन राजधानी दिल्ली, पंजाब, हैदराबाद में की जा रही है। और अगर जिस तरह से अगर बात करें कि इस मामले में जिस तरह से करप्शन से जुड़े हुए मामले में दिल्ली, पंजाब और आंध्र प्रदेश का जो कनेक्शन जुड़ा था और इस मामले को लेकर कई लोकेशन पे पहले भी सर्च ऑपरेशन को अंजाम दिया जा चुका है। एक तरह से कहा जा सकता है कि ईडी का सबसे बड़ा ऑपरेशन है और जिस तरह से इस मामले में कई महत्वपूर्ण जानकारियां मिली और उसी के आधार पर अभी अमन ढाल को के यहाँ पर सर्च ऑपरेशन किया जा रहा है। अमन ढाल जो आरोपी है, उसके साथ ही गौतम मल्होत्रा, उसके यहाँ भी सर्च ऑपरेशन को अंजाम दिया जा रहा है। और इस अगर दिल्ली सरकार की आबकारी नीति को प्रभावित करने वाले जो कई ऐसे अधिकारी हैं, कई ऐसे कारोबारी हैं जो कमीशन और एक भ्रष्टाचार को अंजाम देते हुए शराब की नीति को जिसने बदलवाया था और उसका फायदा उठाया था, तो इस मामले में कई ऐसे भ्रष्ट जो कारोबारी हैं जिसने इस नीति को प्रभावित करने में काफी उसकी भूमिका रही थी, उसके खिलाफ आज सर्च ऑपरेशन को अंजाम दिया जा रहा है। राजधानी दिल्ली के जो बड़े ऐसे शराब कारोबारी हैं, उनके यहाँ भी आज सर्च ऑपरेशन को अंजाम दिया जा रहा है। लेकिन अगर इस पूरे मामले को देखा जाए, पहला जो सर्च ऑपरेशन हुआ था 6 अगस्त को हुआ था और 6 अगस्त से लेकर अब तक तकरीबन 100 से ज्यादा लोकेशन पर सर्च ऑपरेशन को अंजाम दिया जा चुका है। और इस मामले में कुछ आरोपियों की गिरफ्तारी भी हुई थी और उसी गिरफ्तारी के बाद जब पूछताछ की गई थी तो पूछताछ के बाद तमाम जानकारियों को इकट्ठा करने के बाद आज फिर से सर्च ऑपरेशन को अंजाम दिया जा रहा है। तो कहा जा सकता है कि जैसे जैसे इस मामले में तफ्तीश का दायरा आगे बढ़ता जा रहा है, उसी के आधार पर जो तमाम जानकारियां मिल रही हैं, उन्हीं तमाम जानकारियों के आधार पर आगे सर्च ऑपरेशन को अंजाम दिया जा रहा है। लेकिन अब बात करते हैं राजनीति और जिस तरह से इस मामले पर राजनीतिक गलियारों में जिस तरह से इस मामले को लेकर चर्चा है, तो जांच एजेंसी के हमारे जो सूत्र बताते हैं कि तफ्तीश किसी से पूछ के नहीं की जाती है। अगर कहीं पे भ्रष्टाचार का मामला सामने आता है तो सबूतों और दस्तावेजों और बयानों के आधार पर कार्रवाई की जाती है। तो यहाँ पर भी ये जो आबकारी नीति से जुड़ा मामला है, ये मामला दिल्ली सरकार के एलजी के द्वारा सबसे पहले सीबीआई को भेजा गया था और सीबीआई के द्वारा जब दर्ज एफआईआर के आधार पर ईडी ने उस केस को टेक ओवर किया, यानी कि ईडी की एंट्री तो बहुत बाद हुई है और उसके बाद ईडी जिस तरह से इस मामले में आगे मनी लॉन्ड्रिंग एक्ट के तहत
इस मामले में कार्रवाई कर रही है, सर्च ऑपरेशन को अंजाम दे रही है। तो कहा जा सकता है कि ये मामला जो है राजनीतिक तौर पे नहीं बल्कि उन तमाम आरोपियों के खिलाफ है या वो भ्रष्ट कारोबारियों के खिलाफ है जो पैसे और रसूख के दर पर किसी भी मामले को, किसी भी नीति को प्रभावित करते हैं। और दिल्ली सरकार की जो शराब नीति का जो मसला है, इस मामले में कई ऐसे बड़े कारोबारियों का नाम सामने आ रहा है जो पैसे और अपने रसूख के दम पर राजनीतिक गलियारों का फायदा उठाते हुए, राजनीतिक कनेक्शन का फायदा उठाते हुए कहीं न कहीं इस नीति को प्रभावित किया और जिसके वजह से इस मामले में कई आरोपियों के खिलाफ एक कार्रवाई की जा रही है। तो कहा जा सकता है कि आज जो 35 लोकेशन है वो 35 लोकेशन बेहद महत्वपूर्ण लोकेशन है और तकरीबन 12 बजे उन तमाम आरोपियों का नाम का खुलासा किया जा सकता है कि किसके किसके यहाँ सर्च ऑपरेशन को अंजाम दिया गया और सर्च ऑपरेशन के दौरान क्या चीजें मिलती हैं, क्या सबूत मिलते हैं, उसके बारे में हो सकता है कि जानकारी औपचारिक तौर पर ईडी के द्वारा दिया जा सकता है। जी शुक्रिया शंकर, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਤੁਸੀਂ ਨਜ਼ਰ ਬਣਾਈ ਰੱਖੋ, ਅਸੀਂ ਆਪਣੇ ਦਰਸ਼ਕਾਂ ਤੱਕ ਜਾਣਕਾਰੀ ਤੁਹਾਡੇ ਜ਼ਰੀਏ ਲਗਾਤਾਰ ਪਹੁੰਚਾਉਂਦੇ ਰਹਾਂਗੇ। ਇਹ ਵੱਡੀ ਖਬਰ ਇਸ ਕਰਕੇ ਹੈ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ, ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਦਾ ਕਥਿਤ ਸ਼ਰਾਬ ਘੁਟਾਲੇ ਦਾ ਤੇ ਜਿਸ ਨੂੰ ਲੈ ਕੇ ਹੋ ਰਹੀ ਹੈ ਛਾਪੇਮਾਰੀ। 35 ਥਾਵਾਂ ਦੇ ਉੱਤੇ ਕਰੀਬ 3 ਦਰਜਨ ਥਾਵਾਂ ਦੇ ਉੱਤੇ ਇਸ ਸਮੇਂ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ, ਕੇਂਦਰੀ ਏਜੰਸੀ ਹੈ, ਕੇਂਦਰੀ ਜਾਂਚ ਏਜੰਸੀ, ਔਰ ਉਸ ਦੇ ਵੱਲੋਂ ਇਹ ਛਾਪੇ ਮਾਰੇ ਜਾ ਰਹੇ ਨੇ।